ਹੈਲੋ ਜੀ ਟੀਵੀ ਦੇਖਣ ਵਾਲੇ ਸਾਰੇ ਵਿਊਅਰਸ ਨੂੰ ਮੇਰੇ ਵੱਲੋਂ ਬਹੁਤ ਵੈਲਕਮ। ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਦੇ ਵਿੱਚ। ਐਂਡ ਜੋ ਲੋਕ ਮੈਨੂੰ ਸਪੋਰਟ ਕਰਦੇ ਨੇ ਮੈਂ ਉਹਨਾਂ ਦੀ ਥੈਂਕਫੁਲ ਹਾਂ, ਔਰ ਜੋ ਲੋਕ ਮੈਨੂੰ ਨੈਗੇਟਿਵ ਕਮੈਂਟਸ ਕਰਦੇ ਨੇ ਜਾਂ ਡਿਸਕਰੇਜ ਕਰਦੇ ਨੇ ਉਹਨਾਂ ਦੀ ਵੀ ਮੈਂ ਥੈਂਕਫੁਲ ਹਾਂ, ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਮੈਨੂੰ ਇੰਪਰੂਵ ਹੋਣ ਦਾ ਜੋ ਹੈ ਬਹੁਤ ਹੀ ਜ਼ਿਆਦਾ ਵਧੀਆ ਮੌਕਾ ਮਿਲ ਰਿਹਾ ਹੈ। ਤਾਂ ਮੈਂ ਅੱਜ ਦਾ ਜਿਹੜਾ ਟੌਪਿਕ ਹੈ ਮੈਂ ਉਹਨੂੰ ਸਟਾਰਟ ਕਰਦੀ ਹਾਂ। ਅੱਜ ਜੋ ਮੈਂ ਵੀਡੀਓ ਬਣਾ ਰਹੀ ਹਾਂ ਤੁਹਾਡੇ ਲਈ, ਇਹ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਹੈ ਸਟੱਡੀ ਵੀਜ਼ਾ, ਕਿਉਂਕਿ ਬਹੁਤ ਦਿਨਾਂ ਦੀ ਮੇਰੇ ਕੋਲ ਰਿਕੁਐਸਟ ਸੀਗੀ ਕਿ ਮੈਨੂੰ ਜਿਹੜੀ ਹੈ ਸਟੱਡੀ ਵੀਜ਼ੇ ਦੇ ਬਾਰੇ ਬੇਸਿਕ ਜਿਹੜੀ ਜਾਣਕਾਰੀ ਹੈ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਦੇਵਾਂ, ਕਿਉਂਕਿ ਪੰਜਾਬ ਦਾ ਜਿਹੜਾ ਐਟਮੋਸਫੇਅਰ ਹੈ ਔਰ ਪੰਜਾਬ ਦੇ ਜਿੰਨੇ ਵੀ ਬੱਚੇ ਨੇ ਔਰ ਜਿੰਨੇ ਵੀ ਪੇਰੈਂਟਸ ਨੇ ਘਰ ਦੇ ਹਰ ਬੰਦੇ ਨੂੰ ਬਾਹਰ ਭੇਜਣਾ ਹੀ ਜ਼ਰੂਰੀ ਸਮਝਦੇ ਨੇ। ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਅੱਜ ਕੱਲ੍ਹ ਜੋ ਚੱਲ ਰਿਹਾ ਹੈ ਉਹ ਹੈ ਸਟੱਡੀ ਵੀਜ਼ਾ। ਤਾਂ ਬਹੁਤ ਸਾਰੇ ਬ੍ਰਦਰਸ ਨੂੰ ਪਤਾ ਹੀ ਨਹੀਂ ਹੈ, ਬਹੁਤ ਸਾਰੇ ਪੇਰੈਂਟਸ ਨੂੰ ਇਹ ਚੀਜ਼ ਦਾ ਅਹਿਸਾਸ ਹੀ ਨਹੀਂ ਹੈ ਕਿ ਐਕਚੁਅਲੀ ਸਟੱਡੀ ਵੀਜ਼ਾ ਹੁੰਦਾ ਕੀ ਹੈ। ਇਹ ਵੀਡੀਓ ਮੈਂ ਬਣਾ ਰਹੀ ਹਾਂ ਉਹਨਾਂ ਲੋਕਾਂ ਲਈ ਜੋ ਬਹੁਤ ਇਨੋਸੈਂਟ ਨੇ, ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਐਕਚੁਅਲੀ ਸਟੱਡੀ ਵੀਜ਼ਾ ਕੀ ਚੀਜ਼ ਹੈ ਔਰ ਅਸੀਂ ਕਿੰਨੇ ਪੈਸੇ ਦੇਣੇ ਨੇ ਔਰ ਕੀ ਹਿਸਾਬ ਕਿਤਾਬ ਹੈ ਸਾਡਾ, ਔਰ ਥੋੜੀ ਜਿਹੀ ਉਹਨਾਂ ਨੂੰ ਜਿਹੜੀ ਹੈ ਬੇਸਿਕ ਜਿਹੜੀ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਕਿ ਕੋਈ ਉਹਨਾਂ ਨੂੰ ਚੀਟਿੰਗ ਨਾ ਕਰ ਸਕੇ। ਮੇਰਾ ਇੰਨਾ ਹੀ ਮਕਸਦ ਹੈ। ਮੈਂ ਕਿਸੇ ਵੀ ਏਜੰਟ ਦੇ ਖਿਲਾਫ ਇਹ ਵੀਡੀਓ ਨਹੀਂ ਬਣਾ ਰਹੀ, ਮੈਂ ਸਿਰਫ ਜਿਹੜੀ ਹੈ ਜਨਰਲ ਨੌਲੇਜ ਲਈ ਇਹ ਵੀਡੀਓ ਬਣਾ ਰਹੀ ਹਾਂ ਕਿ ਪੰਜਾਬ ਦੇ ਹਰ ਬੰਦੇ ਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ। ਅਸੀਂ ਬਾਹਰ ਜਾਣਾ ਹੈ ਤਾਂ ਸਾਡਾ ਕਿਹੜਾ ਪਰਮਿਟ ਹੈ, ਅਸੀਂ ਕਿਸ ਵੀਜ਼ੇ ਤੇ ਬਾਹਰ ਜਾ ਰਹੇ ਹਾਂ, ਤਾਂ ਕਿ ਉਹਨਾਂ ਦੀ ਜਿਹੜੀ ਹੈ ਇਕਨੋਮਿਕ ਜਿਹੜਾ ਲਾਸ ਹੈ ਉਹ ਨਾ ਹੋਏ। ਕਿਉਂਕਿ ਬਹੁਤ ਸਾਰੇ ਕੇਸਿਸ ਮੈਂ ਦੇਖੇ ਨੇ ਕਿ ਪੇਰੈਂਟਸ ਸੁਸਾਈਡ ਕਰ ਰਹੇ ਨੇ, ਜਿਹੜੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਲੋਨ ਲੈ ਲੈਂਦੇ ਨੇ ਔਰ ਉਹਦੇ ਬਾਅਦ ਵਿੱਚ ਜਿਹੜਾ ਲੋਨ ਉਤਾਰਿਆ ਨਹੀਂ ਜਾਂਦਾ ਤਾਂ ਸੁਸਾਈਡ ਕੇਸ ਬਹੁਤ ਜ਼ਿਆਦਾ ਸਾਹਮਣੇ ਆ ਰਹੇ ਨੇ। ਤਾਂ ਮੈਂ ਉਹ ਸਾਰੇ ਹੀ ਬੱਚਿਆਂ ਨੂੰ ਜੋ 12th ਕਲਾਸ 'ਚ ਪੜ੍ਹਦੇ ਨੇ ਜਾਂ ਫਿਰ ਜਿਨ੍ਹਾਂ ਦਾ ਡ੍ਰੀਮ ਹੈ ਕਿ ਬਾਹਰ ਜਾਣਾ ਹੈ, ਜਾਂ ਉਹ ਪੇਰੈਂਟਸ ਜੋ ਆਪਣੇ ਬੱਚਿਆਂ ਨੂੰ ਬਾਹਰ ਸਟੱਡੀ ਲਈ ਭੇਜਣਾ ਚਾਹੁੰਦੇ ਨੇ, ਜੋ ਪੇਰੈਂਟਸ ਤਾਂ ਐਜੂਕੇਟਿਡ ਨੇ ਉਹ ਤਾਂ ਗੂਗਲ ਕਰਕੇ ਆਪਣੀ ਸਾਰੀ ਇਨਫੋਰਮੇਸ਼ਨ ਗੈਦਰ ਕਰ ਲੈਂਦੇ ਨੇ, ਪਰ ਜੋ ਪੇਰੈਂਟਸ ਐਜੂਕੇਸ਼ਨ 'ਚ ਪਿੱਛੇ ਨੇ ਜਾਂ ਐਜੂਕੇਟਿਡ ਨਹੀਂ ਨੇ ਤਾਂ ਉਹਨਾਂ ਲਈ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਮੈਂ ਦੱਸਣਾ ਚਾਹੁੰਦੀ ਹਾਂ ਕਿ ਸਟੱਡੀ ਪਰਮਿਟ ਜਾਂ ਸਟੱਡੀ ਵੀਜ਼ਾ ਇੱਦਾਂ ਦੀ ਇੱਕ ਕੈਟੇਗਰੀ ਹੈ ਦੂਸਰੀ ਕੰਟਰੀ ਦੇ ਵਿੱਚ ਜਾ ਕੇ ਪੜ੍ਹਨ ਲਈ ਕਿ ਅਸੀਂ ਸਟੱਡੀ ਦੇ ਬੇਸ ਤੇ F1 ਵੀਜ਼ਾ ਅਸੀਂ ਜਿਹਨੂੰ ਕਹਿੰਦੇ ਹਾਂ, ਜਾਂ ਕਈ ਹਰ ਇੱਕ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਸਟੱਡੀ ਵੀਜ਼ੇ ਦਾ ਅਲੱਗ-ਅਲੱਗ ਜਿਹੜਾ ਨਾਮ ਹੈ, ਪਰ ਸਟੱਡੀ ਪਰਮਿਟ ਬੇਸਿਕ ਨਾਮ ਹੈ। ਤਾਂ ਸਟੱਡੀ ਤੇ ਜੋ ਵੀ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਉਹ ਜਿਹੜਾ ਹੈ ਸਟੱਡੀ ਪਰਮਿਟ ਲੈ ਕੇ ਬਾਹਰ ਜਾਂਦਾ ਹੈ। ਸਟੱਡੀ ਪਰਮਿਟ ਲੈਣ ਲਈ ਬੇਸਿਕ ਕੁਆਲੀਫਿਕੇਸ਼ਨ 10+2 ਹੈ ਔਰ ਤੁਹਾਨੂੰ ਇੰਗਲਿਸ਼ ਦੀ ਬੇਸਿਕ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਜੋ ਇੰਗਲਿਸ਼ ਮੀਡੀਅਮ ਦੇ ਬੱਚੇ ਨੇ ਉਹਨਾਂ ਲਈ ਵੀ 6 ਬੈਂਡ IELTS 'ਚ ਆਉਣਾ ਜ਼ਰੂਰੀ ਹੈ। ਤਾਂ ਮੇਰੀ ਸਾਰੇ ਹੀ ਬੱਚਿਆਂ ਨੂੰ ਇੱਕ ਰਿਕੁਐਸਟ ਹੈ ਕਿ ਚਾਹੇ ਕਾਲਜ ਦੇ ਵਿੱਚ ਤੁਹਾਡੇ ਕੋਲੋਂ IELTS ਮੰਗਦੇ ਨੇ ਜਾਂ ਨਹੀਂ ਮੰਗਦੇ, ਤੁਸੀਂ ਉਹਨੂੰ ਕੁਆਲੀਫਾਈ ਕਰੋ ਤਾਂ ਕਿ ਅੱਗੇ ਜਾ ਕੇ ਜਿਹੜੇ ਐਲੀਕੋਸ ਦੇ IELTS ਦੇ ਜਾਂ ਇੰਗਲਿਸ਼ ਦੇ ਜਿਹੜੇ ਕੋਰਸਸ ਨੇ ਕਾਫੀ ਐਕਸਪੈਂਸਿਵ ਨੇ, 1 ਸਾਲ ਦੇ ਤੁਹਾਨੂੰ ਨਾ ਕਰਨੇ ਪੈਣ, ਕਿਉਂਕਿ ਇੰਡੀਅਨ ਐਕਸੈਂਟ ਐਂਡ ਇੰਗਲਿਸ਼ ਕੰਟਰੀਆਂ ਦੇ ਜਿਹੜੇ ਐਕਸੈਂਟ ਨੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਸ ਨੇ। ਤਾਂ ਉਹਨਾਂ ਦੀ ਇੰਗਲਿਸ਼ ਜਿਹੜੀ ਹੈ ਬੇਸਿਕ ਲੈਂਗੁਏਜ ਹੈ, ਉਹਨਾਂ ਦਾ ਜੋ ਗੱਲਬਾਤ ਕਰਨ ਦਾ ਤਰੀਕਾ ਹੈ ਤੁਸੀਂ ਉਹਨੂੰ ਸੁਣ ਸਕੋ ਔਰ ਸੁਣ ਕੇ ਸਮਝ ਸਕੋ, ਔਰ ਜਿਹੜਾ ਹੈ ਉਹਨਾਂ ਦੀ ਕੰਟਰੀ 'ਚ ਉਹਨਾਂ ਦੇ ਰੂਲਸ ਰੈਗੂਲੇਸ਼ਨ ਨੂੰ ਤੁਸੀਂ ਅਡੋਪਟ ਕਰ ਸਕੋ। ਇਸ ਲਈ ਬੇਸਿਕ ਜਿਹੜੀ ਇੰਗਲਿਸ਼ ਦੀ ਨੌਲੇਜ 6 ਬੈਂਡ ਹੋਣੇ ਤੁਹਾਡੇ ਜ਼ਰੂਰੀ ਨੇ। ਤੁਸੀਂ ਅਗਰ ਚਾਹੋ ਤਾਂ ਆਪਣੇ 10th ਕਲਾਸ ਤੋਂ ਹੀ ਉਹਦੀ ਪ੍ਰੈਕਟਿਸ ਹੌਲੀ ਹੌਲੀ ਕਰ ਸਕਦੇ ਹੋ, ਐਂਡ ਜਦੋਂ ਤੁਸੀਂ 12th ਕਲਾਸ ਦੇ ਐਗਜ਼ਾਮ ਪਾਸ ਕਰ ਲੈਂਦੇ ਹੋ ਤਾਂ ਫੁੱਲ ਟਾਈਮ ਅੱਛੇ ਕੋਚਿੰਗ ਸੈਂਟਰ 'ਚ ਜਾ ਕੇ ਤੁਸੀਂ ਜਿਹੜੀ IELTS ਦੀ ਕੋਚਿੰਗ ਹੈ ਉਹ ਜ਼ਰੂਰ ਲਵੋ। ਅਮਰੀਕਾ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਕੰਟਰੀਆਂ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਤੁਸੀਂ ਜਾਣਾ ਹੈ, ਫ੍ਰੀ ਐਜੂਕੇਸ਼ਨ ਨੂੰ ਛੱਡ ਕੇ ਇੱਕ ਹੀ ਰੂਲ ਹੈ ਕਿ ਤੁਹਾਡੀ ਜਿਹੜੀ ਹੈ ਪਰਸੈਂਟੇਜ ਸਟੱਡੀ ਦੇ ਵਿੱਚ ਅੱਛੇ ਹੋਣੇ ਚਾਹੀਦੇ ਨੇ। IELTS ਦੇ ਤੁਹਾਡੇ ਮਿਨੀਮਮ 6 ਬੈਂਡ ਹੋਣੇ ਚਾਹੀਦੇ ਨੇ, ਨਹੀਂ ਤਾਂ ਤੁਹਾਨੂੰ ਇੰਗਲਿਸ਼ ਦਾ ਕੋਰਸ ਉੱਥੇ ਲੈਣਾ ਪਏਗਾ 1 ਸਾਲ ਦਾ, ਜੋ ਕਾਫੀ ਮਹਿੰਗਾ ਪੈਂਦਾ ਹੈ। ਅਗਰ ਤੁਸੀਂ ਇੰਗਲਿਸ਼ ਦਾ ਕੋਰਸ ਇੰਡੀਆ 'ਚ ਹੀ ਕਰਕੇ ਜਾਂਦੇ ਹੋ ਤਾਂ ਤੁਹਾਡਾ 10-12 ਹਜ਼ਾਰ 'ਚ ਹੀ ਪੂਰਾ ਹੋ ਜਾਂਦਾ ਹੈ। ਤਾਂ ਬੇਸਿਕ ਜਿਹੜੀ ਤੁਹਾਨੂੰ ਨੀਡ ਹੈ ਤੁਹਾਡੇ ਇੰਗਲਿਸ਼ ਦੀ, ਪਲੱਸ ਜਿਹੜੇ ਤੁਹਾਡੇ +2 'ਚ ਜਿਹੜੇ ਨੰਬਰ ਆਉਂਦੇ ਨੇ ਉਹਨਾਂ ਦੀ ਹੁੰਦੀ ਹੈ, ਐਂਡ ਉਹਦੇ ਇਲਾਵਾ ਤੁਹਾਡੇ ਫਾਈਨੈਂਸਿਸ ਦੇਖੇ ਜਾਂਦੇ ਨੇ ਕਿ ਤੁਹਾਡੇ ਕੋਲ ਜੋ ਫੀਸ ਤੁਸੀਂ ਕਾਲਜ ਦੇ ਵਿੱਚ ਭਰਨੀ ਹੈ
ਤਾਂ ਉਹ ਤੁਸੀਂ ਫੀਸ ਕਿੱਥੋਂ ਦੇ ਰਹੇ ਹੋ, ਕਿੱਥੋਂ ਭਰ ਰਹੇ ਹੋ, ਤੁਹਾਡਾ ਸੋਰਸ ਆਫ ਫੰਡ ਕੀ ਹੈ, ਮਤਲਬ ਕਿ ਤੁਹਾਡੇ ਸੋਰਸ ਆਫ ਇਨਕਮ ਕੀ ਹੈ, ਕਿ ਜੋ ਪੈਸੇ ਤੁਸੀਂ ਭਰ ਰਹੇ ਹੋ, ਪੈਸੇ ਦਾ ਤੁਸੀਂ ਟੈਕਸ ਭਰਿਆ ਹੋਇਆ ਹੈ, ਉਹ ਪੁਰਾਣਾ ਪੈਸਾ ਹੈ ਜਾਂ ਨਵਾਂ ਪੈਸਾ ਹੈ, ਜਾਂ ਕੀ ਪ੍ਰੂਫ ਹੈ ਕਿ ਤੁਹਾਡੇ ਕੋਲ ਪੈਸਾ ਹੈਗਾ ਹੈ, ਅਵੇਲੇਬਿਲਿਟੀ ਆਫ ਫੰਡਸ, ਕਿ ਤੁਸੀਂ ਬਾਹਰ ਜਾ ਕੇ ਸਟੱਡੀ ਦੇ ਜੋ ਫੀਸ ਹੈ ਭਰੋਗੇ, ਜਾਂ ਫਿਰ ਤੁਸੀਂ ਇਹ ਪ੍ਰੂਵ ਕਰੋਗੇ ਕਿ ਤੁਸੀਂ ਉੱਥੇ ਜਾ ਕੇ ਉਹਨਾਂ ਦੀ ਕੰਟਰੀ ਤੇ ਮੈਡੀਕਲ ਤੇ ਜਾਂ ਕਿਸੇ ਵੀ ਟਾਈਪ ਦੇ ਪਬਲਿਕ ਫੰਡ ਤੇ ਲਾਇਬਲ ਨਹੀਂ ਹੋ, ਕਿ ਉਹਨਾਂ ਦੀ ਕੋਈ ਵੀ ਫੈਸਿਲਿਟੀ ਜਿਹੜੀ ਤੁਸੀਂ ਹੈ ਉਹ ਗਵਰਨਮੈਂਟ ਫੈਸਿਲਿਟੀਜ਼ ਜਿਹੜੇ ਪਬਲਿਕ ਫੰਡਸ ਕਹਿੰਦੇ ਨੇ, ਜਿਹਨੂੰ ਹਸਪੀਟਲ ਹੋ ਗਿਆ ਜਾਂ ਕੰਮ ਤੇ ਜਾਂ ਕਿਸੇ ਟਾਈਪ ਦੇ ਬੈਨੀਫਿਟ ਤੇ ਤੁਸੀਂ ਨਹੀਂ ਜਾਓਗੇ, ਤਾਂ ਤੁਹਾਨੂੰ ਪ੍ਰੂਫ ਕਰਨ ਲਈ ਫੰਡ ਸ਼ੋ ਕਰਨੇ ਪੈਂਦੇ ਨੇ। ਤੁਹਾਨੂੰ ਸ਼ੋ ਕਰਨ ਲਈ ਜਿਨ੍ਹਾਂ ਦੇ ਸਰਵਿਸ ਕਲਾਸ ਲੋਕ ਨੇ, ਗਵਰਨਮੈਂਟ EMPLOYEES ਨੇ, ਉਹਨਾਂ ਦੇ ਤਾਂ ਆਲਰੇਡੀ ਟੈਕਸ ਡਿਡਕਟ ਹੁੰਦਾ ਹੈ। ਬਾਕੀ ਜੋ ਟੈਕਸ ਪੇਅਰ ਨੇ, ਬਿਜ਼ਨਸਮੈਨ ਨੇ ਜਾਂ ਪ੍ਰਾਈਵੇਟ ਜੌਬ ਹੋਲਡਰ ਨੇ, ਉਹ ਸਾਰੇ ਹੀ ਇਨਕਮ ਟੈਕਸ ਭਰਨਾ ਜ਼ਰੂਰੀ ਹੁੰਦਾ ਹੈ। ਤੁਹਾਡੇ ਪਿਛਲੇ 3 ਸਾਲ ਦੀ ਇਨਕਮ ਨੂੰ ਕੈਲਕੂਲੇਟ ਕਰਕੇ ਐਂਡ ਤੁਹਾਡੀ ਜੋ ਸੇਵਿੰਗ ਹੈ, ਤੁਹਾਡੇ ਪ੍ਰੋਵਿਡੈਂਟ ਫੰਡ ਹੈ ਜਾਂ ਤੁਹਾਡੇ ਜੋ ਪੁਰਾਣੇ ਫੰਡ ਹੈ, ਜਾਂ ਤੁਹਾਡੀ ਬੇਸਿਕ ਸੈਲਰੀ ਕਿੰਨੀ ਹੈ ਪਰ ਐਨਮ ਇਨਕਮ ਕਿੰਨੀ ਹੈ, ਉਸ ਚੀਜ਼ ਨੂੰ ਕੈਲਕੂਲੇਟ ਕਰਕੇ ਉਹ ਚੀਜ਼ ਜਿਹੜੀ ਹੈ ਚੈੱਕ ਕੀਤੀ ਜਾਂਦੀ ਹੈ। ਤਾਂ ਤੁਹਾਡੀ ਜਿਹੜੀ, ਅਗਰ ਤੁਸੀਂ ਕਿਸਾਨ ਹੋ, ਅਗਰ ਐਗਰੀਕਲਚਰ ਹੈ, ਤਾਂ ਤੁਹਾਡਾ ਜਿਹੜਾ ਲੈਂਡ ਕਿੰਨੀ ਹੈ, ਕਲਟੀਵੇਟਡ ਲੈਂਡ ਕਿੰਨੀ ਹੈ, ਔਰ ਕਿੰਨੀ ਖੇਤੀ ਕਰਦੇ ਹੋ ਤੁਸੀਂ, ਕਿੰਨੇ ਦੀ ਖੇਤੀ ਹੁੰਦੀ ਹੈ, ਜੋ ਤੁਸੀਂ ਫਸਲ ਉਗਾਉਂਦੇ ਹੋ ਉਹਦੀ ਮਾਰਕੀਟ ਵੈਲਿਊ ਕਿੰਨੀ ਹੈ, ਉਹ ਤੁਸੀਂ ਆੜਤੀਆਂ ਕੋਲੋਂ ਜਾਂ ਬੈਂਕ ਜਿੱਥੇ ਵੀ ਤੁਸੀਂ ਫਸਲ ਦਿੰਦੇ ਹੋ ਉੱਥੋਂ ਤੁਹਾਨੂੰ ਉਹਦੀ ਰਿਸਿਪਟਸ ਮਿਲ ਜਾਂਦੇ ਨੇ ਕਿ ਕਿੰਨੀ ਫਸਲ ਤੁਹਾਡੀ ਹੁੰਦੀ ਹੈ, ਪਲੱਸ ਤੁਹਾਡੀ ਜਿਹੜੀ ਹੈ ਜਿਹੜੀ ਫਾਰਮਿੰਗ ਵੈਲਿਊ ਕਿੰਨੀ ਹੈ, ਤੁਹਾਡੀ ਕਿੰਨੇ ਕਿੱਲੇ ਜ਼ਮੀਨ ਹੈ, ਕਿੰਨੇ ਏਕਰਸ ਲੈਂਡ ਹੈ, ਉਹਦੀ ਗਵਰਨਮੈਂਟ ਵੈਲਿਊ ਕਿੰਨੀ ਹੈ ਐਂਡ ਮਾਰਕੀਟ ਵੈਲਿਊ ਕਿੰਨੀ ਹੈ, ਉਹ ਤੁਸੀਂ ਇੱਕ ਜਿਹੜੀ ਹੈ ਰਿਪੋਰਟ ਨਾਲ ਸਬਮਿਟ ਕਰਨੀ ਹੁੰਦੀ ਹੈ। ਤੁਹਾਡਾ ਘਰ ਆਪਣਾ ਹੈ ਜਾਂ ਫਿਰ ਤੁਹਾਡੇ ਕੋਲ ਲਿਕੁਇਡ ਫੰਡ ਕਿੰਨਾ ਹੈ, ਬੈਂਕ ਦੇ ਵਿੱਚ ਪੁਰਾਣਾ ਫੰਡ ਕਿੰਨਾ ਹੈ, ਜਾਂ ਫਿਰ ਤੁਸੀਂ ਫਿਕਸ ਡਿਪੋਜ਼ਿਟ ਕਿੰਨਾ ਕੀਤਾ ਹੈ, ਜਾਂ ਫਿਰ ਤੁਹਾਨੂੰ ਹੋਰ ਕੋਈ ਇਨਕਮ ਹੈ ਜਾਂ ਤੁਹਾਡੇ ਕੋਈ ਹੋਰ ਸਟੱਡੀ ਸਪਾਂਸਰ ਕਰ ਰਿਹਾ ਹੈ, ਤਾਂ ਤੁਹਾਨੂੰ ਆਪਣੇ ਫੰਡਸ ਜਿਹੜੇ ਹੈ ਉਹ ਤੁਹਾਨੂੰ ਆਪਣੇ ਫੰਡਸ ਦਿਖਾਣੇ ਪੈਂਦੇ ਨੇ। ਤਾਂ ਅੱਜ ਕੱਲ੍ਹ ਦਾ ਜਿਹੜੀ ਹੈ ਗਵਰਨਮੈਂਟ ਆ, ਬਾਹਰ ਵਾਲੇ ਕੰਟਰੀ ਵਾਲੇ ਬਹੁਤ ਹੀ ਜ਼ਿਆਦਾ ਸਮਾਰਟ ਹੋ ਗਏ ਨੇ, ਉਹਨਾਂ ਨੇ ਸਾਰੀਆਂ ਹੀ ਕੰਟਰੀਆਂ ਨੇ ਇੱਕ ਚੀਜ਼ ਜ਼ਰੂਰੀ ਕਰਦੀ ਹੈ। ਆਸਟ੍ਰੇਲੀਆ 'ਚ ਤਾਂ 1 ਸੈਮੈਸਟਰ ਦੀ ਫੀਸ ਜਾਂਦੀ ਹੈ, ਪਲੱਸ ਅਗਰ ਤੁਹਾਡੇ ਇੰਗਲਿਸ਼ ਜਿਹੜਾ ਹੈ ਇੰਟਰਵਿਊ ਹੁੰਦੀ ਹੈ, ਟੈਲੀਫੋਨਿਕ ਇੰਟਰਵਿਊ ਆਫਰ ਲੈਟਰ ਆਉਣ ਤੋਂ ਪਹਿਲੇ, ਤਾਂ ਅਗਰ ਤੁਹਾਡੀ ਇੰਗਲਿਸ਼ ਲੋ ਲੱਗੀ ਉਹਨਾਂ ਨੂੰ, ਤਾਂ ਤੁਹਾਨੂੰ ਇੰਗਲਿਸ਼ ਦਾ 1 ਸਾਲ ਦਾ ਲਿਕੋਸ ਦਾ ਕੋਰਸ ਕਰਨਾ ਪੈਂਦਾ ਹੈ, ਜੋ ਕਿ 2000 ਤੋਂ ਲੈ ਕੇ 3-4 ਹਜ਼ਾਰ ਡਾਲਰ ਜਿਹੜਾ ਆਸਟ੍ਰੇਲੀਅਨ ਡਾਲਰ ਜਿਹੜੀ ਉਹਦੇ ਚਾਰजेस ਹੁੰਦੇ ਨੇ। ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਵੀ ਉਹੀ ਸਿਸਟਮ ਹੋ ਗਿਆ ਐਂਡ ਕੈਨੇਡਾ ਦੇ ਵਿੱਚ ਵੀ ਉਹ ਸਿਸਟਮ ਹੈ, ਅਮਰੀਕਾ ਦੇ ਵਿੱਚ ਵੀ ਉਹੀ ਸਿਸਟਮ ਅੱਜ ਕੱਲ੍ਹ ਚੱਲ ਗਿਆ ਹੈ, ਕਿਉਂਕਿ ਜੋ ਸਾਡੀ ਇੰਡੀਅਨਸ ਦੀ ਜੋ ਸਪੀਕਿੰਗ ਹੈ ਐਂਡ ਲਿਸਨਿੰਗ ਪਾਵਰ ਜੋ ਹੈ ਉਹ ਬਹੁਤ ਖ਼ਰਾਬ ਹੈ ਐਂਡ ਐਕਸੈਂਟ ਜਿਹੜਾ ਹੈ ਉਹ ਬਿਲਕੁਲ ਡਿਫਰੈਂਟ ਹੈ। ਇਸ ਕਰਕੇ ਉਹਨਾਂ ਨੇ ਇੰਗਲਿਸ਼ ਜੋ ਲੈਂਗੁਏਜ ਹੈ ਉਹ ਕੰਪਲਸਰੀ ਕਰ ਦਿੱਤੀ ਹੈ, ਤਾਂ ਕਿ ਤੁਸੀਂ ਉਹਨਾਂ ਦੇ ਜੋ ਲੈਕਚਰਰ ਨੇ, ਜੋ ਟੀਚਰਸ ਨੇ ਜੋ ਪੜ੍ਹਾਉਣਗੇ, ਉਹਨਾਂ ਦੀ ਜਿਹੜੇ ਐਕਸੈਂਟ ਹੈ ਤੁਸੀਂ ਸਮਝ ਸਕੋ ਔਰ ਆਪਣੀ ਸਟੱਡੀ ਦਾ ਪਰਫਾਰਮੈਂਸ ਬੈਟਰ ਕਰ ਸਕੋ। 1 ਸਾਲ ਦੀ ਫੀਸ ਜੋ ਤੁਸੀਂ ਫੰਡ ਦਿਖਾਣੇ ਹੁੰਦੇ ਨੇ, ਤੁਹਾਡੀ 1 ਸਾਲ ਦੀ ਫੀਸ ਪਲੱਸ 1 ਸਾਲ ਦਾ ਜਿਹੜਾ ਖਰਚਾ ਹੈ ਉਹਨਾਂ ਦੇ ਅਲੱਗ-ਅਲੱਗ ਕੰਟਰੀਆਂ ਔਰ ਅਲੱਗ-ਅਲੱਗ ਸਟੇਟਸ ਦੇ ਹਿਸਾਬ ਨਾਲ ਹੁੰਦਾ ਹੈ। ਤੁਹਾਨੂੰ ਬੈਂਕ ਦੇ ਵਿੱਚ ਉਨਾ ਪੈਸਾ ਦਿਖਾਉਣਾ ਪੈਂਦਾ ਹੈ। ਹੱਦ ਤੋਂ ਜ਼ਿਆਦਾ ਪੈਸਾ ਵੀ ਤੁਸੀਂ ਨਾ ਦਿਖਾਓ, ਕਿਉਂਕਿ ਪੈਸਾ ਦਿਖਾਉਣ ਦੇ ਵੀ ਪੰਜਾਬ ਦੇ ਵਿੱਚ ਏਜੰਟ ਪੈਸੇ ਲੈਂਦੇ ਨੇ ਐਂਡ ਅੱਜ ਕੱਲ੍ਹ ਹੋਰ ਜ਼ਿਆਦਾ ਆਸਾਨ ਕਰ ਦਿੱਤਾ ਹੈ ਕਿ ਅਗਰ ਤੁਸੀਂ ਲੋਨ ਲੈਂਦੇ ਹੋ, ਪੂਰਾ 100% ਵੀ ਲੋਨ ਲੈਂਦੇ ਹੋ, ਤੁਸੀਂ ਫੀਸ ਪਲੱਸ ਜਿਹੜਾ ਐਕਸਪੈਂਸਸ ਨੇ, ਟਰੈਵਲ ਟਿਕਟ ਐਂਡ ਜੋ ਤੁਸੀਂ ਕੈਰੀ ਕਰਨਾ, ਅਗਰ ਤੁਸੀਂ 100% ਲੋਨ ਲੈਂਦੇ ਹੋ ਤਾਂ ਉਹ ਜਿਹੜੀ ਇੱਕ ਪਲੱਸ ਪੁਆਇੰਟ ਤੁਹਾਡਾ ਹੋ ਜਾਂਦਾ ਹੈ, ਤੁਹਾਡੇ ਵੀਜ਼ਾ ਰੇਟ ਜ਼ਿਆਦਾ ਹੋ ਜਾਂਦੇ ਨੇ ਉਸ ਵਜ੍ਹਾ ਨਾਲ, ਕਿਉਂਕਿ ਬੈਂਕ ਤੁਹਾਡੀ ਗਾਰੰਟੀ ਲੈਂਦਾ ਹੈ ਕਿ ਤੁਸੀਂ ਪੈਸੇ ਵਾਪਿਸ ਕਰੋਗੇ ਐਂਡ ਉੱਥੇ ਜਾ ਕੇ ਜਿਹੜਾ ਹੈ ਤੁਹਾਨੂੰ ਕੰਮ ਕਰਨ ਦੀ ਜੋ ਪਰਮਿਸ਼ਨ ਹੁੰਦੀ ਹੈ, ਫੁੱਲ ਟਾਈਮ ਸਟੱਡੀ ਪਰਮਿਟ ਦੇ ਵਿੱਚ ਤੁਹਾਨੂੰ 20 ਆਵਰਸ ਦੀ ਹੀ ਪਰਮਿਸ਼ਨ ਹੁੰਦੀ ਹੈ ਕੰਮ ਕਰਨ ਦੀ, ਜੋ ਕਿ ਗਵਰਨਮੈਂਟ ਰੇਟ ਦੇ ਹਿਸਾਬ ਨਾਲ ਤੁਹਾਨੂੰ ਵੇਜਸ ਮਿਲਦੇ ਨੇ ਐਂਡ ਜਦੋਂ ਹੌਲੀਡੇਜ਼ ਹੁੰਦੇ ਨੇ ਤੁਸੀਂ ਅਨਲਿਮਿਟਿਡ ਕੰਮ ਕਰ ਸਕਦੇ ਹੋ, ਯਾਨੀ ਕਿ 40 ਆਵਰਸ ਹੁੰਦਾ ਹੈ, ਤਾਂ ਪਰ ਜ਼ਿਆਦਾ ਕੰਮ ਵੀ ਕਰਦੇ ਨੇ ਬੱਚੇ, ਤਾਂ ਉਹ ਇੱਕ ਪਲੱਸ ਪੁਆਇੰਟ ਹੈ ਹੌਲੀਡੇਜ਼ ਦਾ ਜਦੋਂ ਤੁਹਾਡੇ ਕਲਾਸਿਸ ਨਹੀਂ ਹੁੰਦੇ, ਪਰ ਅਦਰਵਾਈਜ਼ ਤੁਹਾਨੂੰ 20 ਘੰਟੇ ਹੀ ਕੰਮ ਕਰਨ ਦੀ ਪਰਮਿਸ਼ਨ ਹੁੰਦੀ ਹੈ। ਆਪਣੇ ਫੰਡ ਨੂੰ ਪ੍ਰੋਪਰ ਅਰੇਂਜ ਕਰਨਾ ਬਹੁਤ ਜ਼ਰੂਰੀ ਹੈ ਵੀਜ਼ਾ ਲੈਣ ਲਈ ਐਂਡ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਸਟੱਡੀ ਪਰਮਿਟ ਤੇ ਜਾਂਦੇ ਹੋ, ਇੱਕ ਬਹੁਤ ਹੀ ਅੱਛਾ ਆਪਸ਼ਨ ਹੈ ਦੂਸਰੀ ਕੰਟਰੀ 'ਚ ਆਪਣੇ ਆਪ ਨੂੰ ਗਲੋਬਲ ਇਨਵਾਇਰਮੈਂਟ 'ਚ ਜੋ ਹੈ ਆਪਣੀ ਕੁਆਲੀਫਿਕੇਸ਼ਨ ਨੂੰ ਜੋ ਤੁਸੀਂ ਸ਼ੇਅਰ ਕਰ ਸਕਦੇ ਹੋ, ਤੁਹਾਡੀ ਜਿਹੜੀ ਗਰੋਥ ਹੋਏਗੀ ਉਹ
ਅਨਲਿਮਿਟਿਡ ਇੰਟਰਨੈਸ਼ਨਲ ਸਟੈਂਡਰਡ ਦੀ ਗਰੋਥ ਹੋਏਗੀ। ਐਂਡ ਉਹਦੇ ਲਈ ਜਿਹੜਾ ਹੈ ਤੁਸੀਂ ਕਰਨਾ ਸਿਰਫ ਇੰਨਾ ਹੈ, ਇੱਕ ਸੋਚ ਬਣਾਉਣੀ ਹੈ ਆਪਣੀ ਕਿ ਅਸੀਂ ਸਟੱਡੀ ਪਰਮਿਟ ਤੇ ਜਾ ਰਹੇ ਹਾਂ ਤਾਂ ਅਸੀਂ ਸਟੱਡੀ ਜ਼ਰੂਰ ਕਰੀਏ, ਨਾਲ ਆਪਣੇ ਜਿਹੜੇ ਕਰਜ਼ਾ ਲੈ ਕੇ ਆਏ ਹਾਂ ਉਹ ਅਸੀਂ ਹੌਲੀ ਹੌਲੀ ਉਤਾਰੀਏ। ਕਿਉਂਕਿ ਕਈ ਲੋਕ ਮੈਂ ਦੇਖਿਆ ਕਿ ਯੂਨੀਵਰਸਿਟੀਆਂ 'ਚ ਆਫਰ ਲੈਟਰ ਮੰਗਵਾ ਲੈਂਦੇ ਨੇ ਪਰ ਉੱਥੇ ਜਾ ਕੇ ਯੂਨੀਵਰਸਿਟੀ 'ਚ ਨਹੀਂ ਜਾਂਦੇ ਔਰ ਛੋਟੇ ਛੋਟੇ ਕਾਲਜਸ 'ਚ ਜਾ ਕੇ ਐਡਮਿਸ਼ਨ ਲੈ ਲੈਂਦੇ ਨੇ। ਜੋ ਬੱਚੇ ਇਦਾਂ ਦੀਆਂ ਹਰਕਤਾਂ ਕਰਦੇ ਨੇ ਕਿ ਜਾ ਕੇ ਸਿਰਫ ਪੈਸਾ ਕਮਾਉਂਦੇ ਨੇ, ਸਟੱਡੀ ਤੇ ਕੋਈ ਧਿਆਨ ਨਹੀਂ ਦਿੰਦੇ, ਤਾਂ ਉਹਨਾਂ ਨੂੰ ਜਿਹੜੀ ਹੈ PR ਹੁੰਦੇ ਟਾਈਮ ਕਾਫੀ ਪ੍ਰੋਬਲਮ ਹੁੰਦੀ ਹੈ। ਤਾਂ ਮੇਰੀ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਜੋ ਵੀ ਸਟੱਡੀ ਪਰਮਿਟ ਤੇ ਜਾਣਾ ਚਾਹੁੰਦੇ ਨੇ ਬੱਚੇ, ਉਹ ਆਪਣਾ ਦਿਮਾਗ ਬਣਾਉਣ ਕਿ ਅਸੀਂ ਉੱਥੇ ਸੈਟਲ ਹੋਣਾ ਹੈ, ਅਸੀਂ ਉੱਥੇ ਪੜ੍ਹਨਾ ਹੈ, ਉੱਥੇ ਦੇ ਰੂਲਸ ਰੈਗੂਲੇਸ਼ਨ ਅਸੀਂ ਸਿੱਖਣੇ ਨੇ ਔਰ ਆਪਣੇ ਆਪ ਨੂੰ ਉਸ ਐਟਮੋਸਫੇਅਰ 'ਚ ਬਣਾਉਣਾ ਹੈ, ਪਲੱਸ ਅਸੀਂ ਸੈਟਲ ਹੋਣਾ ਹੈ। ਐਂਡ ਜੋ ਵੀ ਅਸੀਂ ਪੈਸਾ ਹੈ ਅਸੀਂ ਉਹ ਕਮਾਉਣਾ ਹੈ। ਪਰ ਆਪਣੇ ਆਪ ਨੂੰ ਡਾਲਰ ਛਾਪਣ ਵਾਲੀ ਮਸ਼ੀਨ ਨਾ ਸਮਝੋ, ਕਿਉਂਕਿ ਡਾਲਰ ਛਾਪਣੇ ਬੜੇ ਮੁਸ਼ਕਲ ਨੇ, ਬਹੁਤ ਹੀ ਜ਼ਿਆਦਾ ਤੁਹਾਨੂੰ ਸਟੱਡੀ 'ਚ ਵੀ ਧਿਆਨ ਦੇਣਾ ਹੈ। ਅਸਾਈਨਮੈਂਟ ਸਿਸਟਮ ਹੁੰਦਾ ਹੈ, ਬਾਹਰ ਵਾਲੀ ਜਿਹੜੀ ਸਟੱਡੀ ਹੈ ਇੰਡੀਅਨ ਸਟੱਡੀ ਨਾਲ ਬਿਲਕੁਲ ਮੈਚ ਨਹੀਂ ਕਰਦੀ, ਬਿਲਕੁਲ ਪ੍ਰੈਕਟੀਕਲ ਸਟੱਡੀ ਹੁੰਦੀ ਹੈ। ਤੁਹਾਨੂੰ ਜਿੱਦਾਂ ਕਲਾਸ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਸਕੂਲਾਂ ਔਰ ਕਾਲਜਾਂ ਦੇ ਵਿੱਚ, ਬਾਹਰ ਦੇ ਇਦਾਂ ਦੀ ਕੋਈ ਸਟੱਡੀ ਨਹੀਂ ਹੈ। ਤੁਹਾਨੂੰ ਸਿਰਫ ਹਿੰਟ ਦਿੱਤੀ ਜਾਂਦੀ ਹੈ, ਤੁਹਾਡੇ ਲੈਕਚਰ ਹੁੰਦੇ ਨੇ, ਉਹਦੇ ਬਾਅਦ 'ਚ ਤੁਹਾਨੂੰ ਅਸਾਈਨਮੈਂਟ ਦੇ ਥਰੂ ਹੀ ਸਾਰੇ ਮਾਰਕਸ ਮਿਲਦੇ ਨੇ ਔਰ ਤੁਸੀਂ ਪਾਸ ਹੋਣਾ ਜ਼ਰੂਰੀ ਹੁੰਦਾ ਹੈ। ਅਗਰ ਤੁਸੀਂ ਅੱਛੇ ਲੈਵਲ ਤੇ ਪਾਸ ਹੋ ਗਏ ਹੋ, ਪਲੱਸ ਤੁਹਾਡੀ ਇੰਗਲਿਸ਼ ਸਟੈਂਡਰਡ ਅੱਛੀ ਹੈ ਔਰ ਤੁਹਾਡੀ ਕੰਡਕਟ ਅੱਛੀ ਹੈ ਉਸ ਕੰਟਰੀ ਦੇ ਵਿੱਚ, ਤਾਂ PR ਲੈਣੀ ਕੋਈ ਔਖੀ ਨਹੀਂ। ਪਰ ਸਭ ਤੋਂ ਜ਼ਰੂਰੀ ਹੈ ਆਪਣਾ ਕੰਡਕਟ ਸਹੀ ਰੱਖਣਾ, ਆਪਣਾ ਬਿਹੇਵੀਅਰ ਸਹੀ ਰੱਖਣਾ। ਅਸੀਂ ਪੰਜਾਬ ਤੋਂ ਆਏ ਹਾਂ, ਅਸੀਂ ਸ਼ੇਰ ਹਾਂ, ਅਸੀਂ ਇਹ ਜਾ ਕੇ ਬਾਹਰ ਦਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਉੱਥੇ ਕਿਸੇ ਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ। ਸਾਨੂੰ ਇਹ ਚੀਜ਼ ਸੋਚ ਕੇ ਬਾਹਰ ਜਾਣਾ ਚਾਹੀਦਾ ਹੈ ਕਿ ਅਸੀਂ ਦੂਸਰੀ ਕੰਟਰੀ 'ਚ ਜਾ ਰਹੇ ਹਾਂ ਆਪਣੀ ਲਾਈਫ ਬਣਾਉਣ ਲਈ, ਤਾਂ ਅਸੀਂ ਉੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਸਿੱਖਣੇ ਹੈ, ਐਕਸੈਪਟ ਕਰਨੇ ਹੈ ਔਰ ਉਹਨਾਂ ਨੂੰ ਆਪਣੀ ਲਾਈਫ 'ਚ ਲਾਗੂ ਕਰਨਾ ਹੈ, ਤਾਂ ਤੁਸੀਂ ਉੱਥੇ ਸੌਖੇ ਰਹੋਗੇ। ਅਗਰ ਤੁਸੀਂ ਆਪਣੀ ਮਨਮਰਜ਼ੀਆਂ ਕਰੋਗੇ ਤਾਂ 7 ਸਾਲ ਤੋਂ ਜ਼ਿਆਦਾ ਤੁਸੀਂ ਨਹੀਂ ਰਹਿ ਸਕੋਗੇ, ਕਿਉਂਕਿ ਸਟੱਡੀ ਪਰਮਿਟ 7 ਇਅਰਸ ਤੋਂ ਜ਼ਿਆਦਾ ਐਕਸਟੈਂਡ ਨਹੀਂ ਹੁੰਦਾ। ਔਰ ਜੋ ਲੋਕ ਡੀਸੈਂਟਲੀ ਸਟੱਡੀ ਕਰਦੇ ਨੇ, ਅੱਛੇ ਮਾਰਕਸ ਆਉਂਦੇ ਨੇ ਔਰ ਜਿਨ੍ਹਾਂ ਦਾ ਕੰਡਕਟ ਅੱਛਾ ਹੈ, ਜੋ ਸੋਸ਼ਲ ਸਰਵਿਸਿਜ਼ 'ਚ ਐਕਟੀਵੇਟ ਹੁੰਦੇ ਨੇ, ਉੱਥੇ ਦੇ ਸੁਸਾਇਟੀ ਵਰਕ 'ਚ ਐਕਟੀਵੇਟ ਹੁੰਦੇ ਨੇ, ਜੋ ਕਿ ਐਕਚੁਅਲੀ ਕੋਈ ਫ੍ਰੀ ਕੰਮ ਤਾਂ ਨਹੀਂ ਹੁੰਦਾ, ਪਰ ਸੋਸ਼ਲ ਐਕਟੀਵਿਟੀ 'ਚ ਇੰਗੇਜ ਹੋਣ ਨਾਲ ਜਿਹੜੇ ਤੁਹਾਡੇ ਪਲੱਸ ਪੁਆਇੰਟ ਹੁੰਦੇ ਨੇ, ਤਾਂ ਤੁਹਾਨੂੰ PR ਲੈਣ ਦੇ ਟਾਈਮ ਕਾਫੀ ਹੈਲਪ ਮਿਲਦੀ ਹੈ ਉਹ ਸਭ ਚੀਜ਼ਾਂ ਦੀ। ਤਾਂ ਮੈਂ ਜਿਹੜਾ ਹੈ ਬੇਸਿਕ ਇਨਫੋਰਮੇਸ਼ਨ ਤੁਹਾਨੂੰ ਦੇਤੀ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਇੰਗਲਿਸ਼ ਲੈਵਲ, ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਸਟੱਡੀ ਦਾ ਬੇਸਿਕ ਐਜੂਕੇਸ਼ਨ, ਤੁਹਾਡੇ ਮਾਰਕਸ, ਤੁਹਾਡਾ ਐਜੂਕੇਸ਼ਨਲ ਗਰਾਊਂਡ ਕੀ ਹੈ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਸੱਚਮੁੱਚ ਪੜ੍ਹਨ ਜਾਣਾ ਹੈ ਜਾਂ ਤੁਸੀਂ ਉੱਥੇ ਸਿਰਫ ਲੈਂਡਿੰਗ ਕਰਨੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਕਾਫੀ ਸਟ੍ਰਿਕਟ ਹੋ ਗਈਆਂ ਸਾਰੀਆਂ ਹੀ ਕੰਟਰੀਆਂ ਨੂੰ, ਸਾਡੇ ਜਿਹੜੇ ਹੈ ਪੰਜਾਬੀਆਂ ਦੇ ਸਾਰੇ ਹੀ ਜਿਹੜੇ ਕੰਮ ਨੇ ਉਹ ਸਾਰੇ ਹੀ ਪੁਆਇੰਟ ਆਊਟ 'ਚ ਨੇ ਕਿ ਅਸੀਂ ਕੀ ਕੀ ਕਰਦੇ ਹਾਂ ਬਾਹਰ ਆ ਕੇ। ਅਸੀਂ ਆਪਣਾ ਬਿਹੇਵੀਅਰ ਖ਼ਰਾਬ ਨਹੀਂ ਕਰਨਾ, ਆਪਣਾ ਕਰੀਅਰ ਖ਼ਰਾਬ ਨਹੀਂ ਕਰਨਾ। ਪੈਸੇ ਕਮਾਓ ਪਰ ਆਪਣਾ ਕਰੀਅਰ ਵੀ ਬਣਾਓ, ਪਰ ਇਹ ਸੋਚ ਕੇ ਬਿਲਕੁਲ ਨਾ ਜਾਓ ਕਿ ਬਿਲਕੁਲ ਸਿਰਫ ਅਸੀਂ ਪੈਸੇ ਕਮਾਣੇ ਨੇ, ਚਾਹੇ ਅਸੀਂ ਕੋਈ ਵੀ ਵੀਜ਼ੇ 'ਤੇ ਹਾਂ, ਤਾਂ ਉਹ ਚੀਜ਼ ਵੀ ਜਿਹੜੀ ਹੈ ਉੱਥੇ ਜਾ ਕੇ ਫਿਰ ਤੁਸੀਂ ਪਛਤਾਉਂਦੇ ਹੋ ਕਿ ਹਾਂ ਫਲਾਣੇ ਨੇ ਤਾਂ ਇੱਦਾਂ ਦੀਆਂ ਫੋਟੋ ਖਿੱਚ ਕੇ ਭੇਜੀਆਂ ਸੀ, ਉਹ ਤਾਂ ਇੰਨੇ ਪੈਸੇ ਕਮਾ ਰਿਹਾ ਸੀ, ਅਸੀਂ ਨਹੀਂ ਕਮਾ ਰਹੇ। ਤਾਂ ਇਹ ਚੀਜ਼ ਤੁਸੀਂ ਸੋਚਣੀ ਹੈ ਕਿ 20 ਆਵਰਸ ਹੀ ਵਰਕ ਪਰਮਿਸ਼ਨ ਹੈ ਲੀਗਲੀ। ਅਨਲੀਗਲ ਤੁਸੀਂ ਕੰਮ ਕਰੋਗੇ ਤਾਂ ਪੈਸੇ ਘੱਟ ਮਿਲਦੇ ਨੇ ਐਂਡ ਜ਼ਿਆਦਾਤਰ ਤੁਸੀਂ ਕਰ ਵੀ ਨਹੀਂ ਸਕਦੇ, ਜ਼ਿਆਦਾ ਲੋਕ ਦਿੰਦੇ ਵੀ ਨਹੀਂ ਹੈ ਕੰਮ ਇਲੀਗਲ, ਕਿਉਂਕਿ ਉਹਨਾਂ ਨੂੰ ਵੀ ਰਿਸਟ੍ਰਿਕਸ਼ਨਸ ਹੁੰਦੇ ਹੈ। ਤਾਂ ਆਪਣੀ ਸਟੱਡੀ ਪਲਾਨ ਕਰੋ, ਆਪਣਾ ਕੋਰਸ ਪਲਾਨ ਕਰੋ, ਜਿਸ ਕੋਰਸ ਦੀ ਉਸ ਕੰਟਰੀ 'ਚ ਔਰ ਸਾਡੀ ਕੰਟਰੀ 'ਚ ਡਿਮਾਂਡ ਜ਼ਿਆਦਾ ਉਹੀ ਕੋਰਸ ਚੂਜ਼ ਕਰੋ। ਆਪਣੇ ਆਪ ਦੀ ਜਿਹੜੀ ਹੈ ਕੁਆਲੀਫਿਕੇਸ਼ਨ, ਆਪਣੀ ਜੋ ਨੌਲੇਜ ਦੇ ਹਿਸਾਬ ਨਾਲ ਤੁਸੀਂ ਆਪਣੇ ਕੋਰਸ ਚੂਜ਼ ਕਰੋ ਜੋ ਤੁਹਾਨੂੰ ਨੌਲੇਜ ਹੈ ਔਰ ਜਿਹਦੀ ਬਾਅਦ ਦੇ ਵਿੱਚ ਉੱਥੇ ਵੀ ਡਿਮਾਂਡ ਹੋਵੇ, ਇਸ ਹਿਸਾਬ ਨਾਲ ਆਪਣੇ ਕੋਰਸ ਕਰੋ। ਕਿਉਂਕਿ ਇੱਦਾਂ ਦੇ ਕਈ ਕੋਰਸ ਨੇ ਜਿਨ੍ਹਾਂ ਦੀ ਉੱਥੇ ਵੈਲਿਡਿਟੀ ਨਹੀਂ ਹੁੰਦੀ, ਐਂਡ ਕੋਰਸ ਉਹ ਚੂਜ਼ ਕਰੋ ਜੋ ਇੰਡੀਆ 'ਚ ਨਹੀਂ ਹੈਗੇ ਔਰ ਫਿਊਚਰ 'ਚ ਉਹਨਾਂ ਦੀ ਡਿਮਾਂਡ ਡਿਫਰੈਂਟ ਕੰਟਰੀਜ਼ 'ਚ ਜ਼ਿਆਦਾ ਹੈ। ਤਾਂ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਸਟੱਡੀ ਕਰਕੇ ਵਾਪਸ ਹੀ ਆਈਏ, ਬਾਕੀ ਵੀ ਹੋਰ ਕਈ ਕੰਟਰੀਆਂ 'ਚ ਸਾਡੀ ਡਿਮਾਂਡ ਹੁੰਦੀ ਹੈ, ਅਸੀਂ ਜਾ ਸਕਦੇ ਹਾਂ। ਤਾਂ ਆਪਣੀ ਸਟੱਡੀ ਨੂੰ ਪਲਾਨ ਕਰੋ, ਆਪਣੇ ਕੋਰਸਸ ਨੂੰ ਪਲਾਨ ਕਰੋ, ਆਪਣੇ ਫਾਈਨੈਂਸਿਸ ਪਲਾਨ ਕਰੋ, ਆਪਣੇ ਇੰਗਲਿਸ਼ ਲੈਵਲ ਜਿਹੜਾ ਹੈ ਉਹ ਪਲਾਨ ਕਰੋ। ਉਹਦੇ ਬਾਅਦ 'ਚ ਬਾਹਰ ਜਾਓ, ਆਪਣੇ ਆਪ ਨੂੰ ਲੁਟਾਓ ਨਾ, ਆਪਣੇ ਆਪ ਪੂਰੀ ਸਰਚ ਕਰੋ। ਉਹਦੇ ਬਾਅਦ 'ਚ ਹੀ ਆਪਣੇ ਜਿਹੜੇ ਰਜਿਸਟਰਡ ਏਜੰਟ ਨੇ ਉਹਨਾਂ ਨੂੰ ਤੁਸੀਂ ਚੂਜ਼ ਕਰੋ ਤਾਂ ਕਿ ਤੁਸੀਂ ਧੋਖਾ ਨਾ ਖਾ ਸਕੋ ਔਰ ਤੁਹਾਡੇ ਮਾਂ-ਬਾਪ ਨੂੰ ਸੁਸਾਈਡ ਕਰਕੇ ਨਾ ਮਰਨਾ ਪਵੇ। ਮੇਰੀ ਸਿਰਫ ਇੰਨੀ ਹੀ ਕੋਸ਼ਿਸ਼ ਹੈ। ਤੁਹਾਡੀ ਅਗਰ ਕੋਈ ਕੁਐਰੀਜ਼ ਹੈਗੇ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਇੱਕ ਮੈਂ ਅਲੱਗ ਵੀਡੀਓ ਬਣਾਵਾਂਗੀ ਅਮਰੀਕਨ ਸਟੱਡੀ ਵੀਜ਼ੇ ਲਈ, ਕਿਉਂਕਿ ਉਹ ਜਿਹੜਾ ਹੈ ਉਹ
ਕਾਫੀ ਦੂਸਰੀ ਕੰਟਰੀਜ਼ ਤੋਂ ਬਿਲਕੁਲ ਅਲੱਗ ਹੈ। ਤਾਂ ਮੈਂ ਉਹਦੇ ਲਈ ਇੱਕ ਅਲੱਗ ਵੀਡੀਓ ਫਿਰ ਦੁਬਾਰਾ ਕਦੇ ਬਣਾਵਾਂਗੀ। ਪਰ ਇਹ ਜੋ ਮੈਂ ਹੁਣ ਦੱਸਿਆ ਇਹ ਬੇਸਿਕ ਜਿਹੜੀ ਨੌਲੇਜ ਹੈ ਇਹ ਸਾਰੀ ਹੀ ਕੰਟਰੀਆਂ 'ਚ ਇਹੀ ਹੁੰਦੀ ਹੈ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਆਲ ਦਾ ਵੈਰੀ ਬੈਸਟ ਫॉर ਆਲ द स्टूडेंट।